ਸਮੂਹ ਜਲੰਧਰ ਨਿਵਾਸੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੋਵਿਡ ਦੇ ਜਿਹੜੇ ਕੇਸਿਸ ਹੈ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਸਰਜ ਆ ਰਹੀ ਹੈ। ਸੋ ਪੂਰੇ ਪੰਜਾਬ ਦੇ ਵਿੱਚ ਇਨ ਜਨਰਲ ਐਂਡ ਤਕਰੀਬਨ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹੈ ਕੇਸਿਸ ਵੱਧ ਰਹੇ ਨੇ ਤੇ ਇਸ ਚੀਜ਼ ਦੀ ਮੈਨੇਜਮੈਂਟ ਨੂੰ ਲੈ ਕੇ ਕੁਝ ਅਪਡੇਟ ਸੀਗੇ ਜਿਹੜੇ ਮੈਂ ਆਪ ਜੀ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦਾ ਸੀਗਾ। ਤੇ ਪਹਿਲੇ ਅਸੀਂ ਜਲੰਧਰ ਡਿਸਟ੍ਰਿਕਟ ਦੇ ਵਿੱਚ ਇੱਕ ਹੁਣ ਜਿਹੜੇ ਆਫ ਲੇਟ ਮੈਂ ਦੇਖ ਰਿਹਾ ਕੇਸ ਥੋੜੇ ਜਿਹੇ ਵੱਧ ਆ ਰਹੇ, ਉਹਦਾ ਇੱਕ ਰੀਜ਼ਨ ਇਹ ਵੀ ਹੈ ਜਦੋਂ ਕੇਸ ਵੱਧ ਆਉਣ ਲੱਗੇ ਤਾਂ ਅਸੀਂ ਟੈਸਟਿੰਗ ਜਿਹੜੀ ਸੀਗੀ ਸਾਡੀ ਤਕਰੀਬਨ 1000 ਤੋਂ 1200 ਲੋਕਾਂ ਦੇ ਜਿਹੜੇ ਜਲੰਧਰ ਦੇ ਵਿੱਚ ਟੈਸਟ ਹੋ ਰਹੇ ਸੀਗੇ ਉਹ ਕੈਪੈਸਿਟੀ ਵੀ ਅਸੀਂ 3 ਗੁਣਾ ਕਰ ਲਈ ਹੈ। ਤੇ ਇਸ ਸਮੇਂ ਜਿਹੜੇ ਸਾਡੇ ਟੈਸਟ ਹੈਗੇ ਉਹ ਤਕਰੀਬਨ 3500 ਤੋਂ 3600 ਟੈਸਟ ਜਿਹੜੇ ਹੈਗੇ ਡੇਲੀ ਬੇਸਿਸ ਤੇ ਅਸੀਂ ਜਲੰਧਰ ਡਿਸਟ੍ਰਿਕਟ ਦੇ ਵਿੱਚ ਕਰ ਰਹੇ ਹਾਂ ਤਾਂ ਕਿ ਸਾਡੀ ਜਿਹੜੀ ਇਹ ਡਿਟੈਕਸ਼ਨ ਹੋਰ ਜਲਦੀ ਹੋ ਸਕੇ, ਜਿਸ ਤੋਂ ਜਿਹੜਾ ਹੈ ਪੇਸ਼ੈਂਟ ਦਾ ਇਲਾਜ ਜਲਦੀ ਤਰੀਕੇ ਨਾਲ ਅਸੀਂ ਕਰ ਸਕੀਏ ਤਾਂ ਆਪਾਂ ਕੀਮਤੀ ਸਮਾਂ ਬਚਾ ਕੇ ਜਾਨਾਂ ਬਚਾ ਸਕਦੇ ਹਾਂ। ਤੇ 2-3 ਜਿਹੜਾ ਸਾਡੇ ਕੋਲ ਬਾਰ-ਬਾਰ ਫੀਡਬੈਕ ਆ ਰਿਹਾ ਸੀਗਾ, ਕੁਝ ਅਫਵਾਹਾਂ ਵੀ ਫੈਲੀਆਂ ਹੋਈਆਂ ਸੀਗੀਆਂ ਆਰਗਨ ਟ੍ਰੇਡ ਦੀ, ਕੁਝ ਹੋਰ ਵੀ ਸਰਕਾਰੀ ਮੁਲਾਜ਼ਮਾਂ ਨੂੰ, ਉਹਦਾ ਵੀ ਅਸੀਂ ਵੱਖ-ਵੱਖ ਲੈਵਲ ਤੇ ਖੰਡਨ ਕੀਤਾ ਹੈ। ਪੀਜੀਆਈ ਦੇ ਸਾਡੇ ਜਿਹੜੇ ਟ੍ਰਾਂਸਪਲਾਂਟੇਸ਼ਨ ਦੇ ਮਾਹਿਰ ਨੇ ਉਹਨਾਂ ਨੇ ਵੀ ਇਸ ਗੱਲ ਦਾ ਖੰਡਨ ਕੀਤਾ ਹੈ। ਹਰ ਇੱਕ ਚੀਫ ਮਿਨਿਸਟਰ ਸਾਹਿਬ ਦੇ ਲੈਵਲ ਤੇ ਵੀ ਇਹਨਾਂ ਗੱਲਾਂ ਦਾ ਖੰਡਨ ਹੋਇਆ ਹੈ। ਕਈ ਥਾਵਾਂ ਤੇ ਇਹ ਪਰਚੇ ਵੀ ਦਰਜ ਕੀਤੇ ਗਏ ਨੇ ਕਿ ਜਿਹੜੇ ਅਫਵਾਹ ਇਸ ਟਾਈਪ ਦੀ ਫੈਲਾ ਰਹੇ ਨੇ। ਤੇ ਕੁਝ ਜੈਨੂਇਨ ਜਿਹੜੀ ਲੋਕਾਂ ਵੱਲੋਂ ਫੀਡਬੈਕ ਆਇਆ ਕਿ ਜਿਹੜੀ ਉਹਨਾਂ ਦੀ ਦਿੱਕਤਾਂ ਸੀਗੀਆਂ ਉਹਨਾਂ ਤੇ ਵੀ ਕੁਝ ਪਾਲਿਸੀ ਚੇਂਜਸ ਗਵਰਨਮੈਂਟ ਵੱਲੋਂ ਕੀਤੇ ਗਏ ਨੇ ਜਿਹੜਾ ਮੈਂ ਆਪ ਜੀ ਨਾਲ ਦੱਸਣਾ ਚਾਹੁੰਦਾ। ਇੱਕ ਸਭ ਤੋਂ ਵੱਡੀ ਗੱਲ ਜਿਹੜਾ ਇੱਕ ਫੀਡਬੈਕ ਆਂਦਾ ਸੀਗਾ, ਲੋਕਾਂ ਨੂੰ ਇਹ ਡਰ ਸੀਗਾ ਵੀ ਜੇਕਰ ਅਸੀਂ ਪੋਜ਼ਿਟਿਵ ਆ ਗਏ ਤੇ ਸਾਨੂੰ ਕਿਤੇ ਹੈਲਥ ਡਿਪਾਰਟਮੈਂਟ ਦੀ ਟੀਮ ਆ ਕੇ ਲੈ ਜੂਗੀ, ਕਿਤੇ ਕਿਸ ਫੈਸਿਲਿਟੀ ਦੇ ਵਿੱਚ ਰੱਖੂਗੀ, ਜਾਂ ਉਹਨਾਂ ਦਾ ਸੀਗਾ ਵੀ ਹੋਮ ਕੁਆਰੰਟਾਈਨ ਹੋਣ ਲਈ ਸਾਨੂੰ ਕਿਸੇ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣੇ ਪੈਣਗੇ। ਤੇ ਉਹਦੇ ਲਈ ਹੀ ਬੜੀ ਰੀਸੈਂਟਲੀ ਇੱਕ ਪਾਲਿਸੀ ਚੇਂਜ ਆਈ ਹੈ ਜਿਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਦੋਂ ਤੁਹਾਡਾ ਟੈਸਟ ਹੁੰਦਾ ਹੈ ਉਸੇ ਟਾਈਮ ਤੁਸੀਂ ਇੱਕ ਡਿਕਲੇਰੇਸ਼ਨ ਦੇ ਦਿਓ ਕਿ ਜੇਕਰ ਮੈਂ ਪੋਜ਼ਿਟਿਵ ਆਂਦਾ ਤਾਂ ਮੇਰੇ ਕੋਲ ਘਰ ਦੇ ਵਿੱਚ ਰਹਿਣ ਲਈ ਇਕਾਂਤਵਾਸ ਦੇ ਵਿੱਚ ਅੱਡ ਕਮਰੇ ਦੀ ਫੈਸਿਲਿਟੀ ਹੈਗੀ ਤੇ ਮੇਰੇ ਕੋਈ ਹੋਰ ਬਿਮਾਰੀ ਨਹੀਂ ਹੈ, ਸ਼ੂਗਰ ਜਾਂ ਬਲੱਡ ਪ੍ਰੈਸ਼ਰ ਇਸ ਟਾਈਪ ਦੀ ਬਿਮਾਰੀ ਹੈ ਜਿਹੜੇ ਦੇ ਵਿੱਚ ਕੋਵਿਡ ਕਾਫੀ ਸੀਰੀਅਸ ਹੋ ਜਾਂਦਾ ਹੈ, ਇਸ ਤਰੀਕੇ ਦੀ ਮੈਨੂੰ ਹੋਰ ਕੋਈ ਬਿਮਾਰੀ ਨਹੀਂ ਹੈ। ਉਹ ਤੁਸੀਂ ਜਦੋਂ ਸੈਂਪਲ ਦੇਣਾ ਹੈ ਸਾਰੇ ਡਾਕਟਰਸ ਨੂੰ ਅਸੀਂ ਹਦਾਇਤ ਕਰ ਦਿੱਤੀ ਕਿ ਸਾਰੀ ਮੈਡੀਕਲ ਟੀਮਾਂ ਨੂੰ ਉਸੇ ਟਾਈਮ ਉਸ ਜਿਹੜਾ ਜਿਸ ਪੇਸ਼ੈਂਟ ਦਾ ਤੁਸੀਂ ਸੈਂਪਲ ਲੈ ਰਹੇ ਹੋ, ਜਿਸ ਵੋਲੰਟੀਅਰ ਦਾ ਸੈਂਪਲ ਲੈ ਰਹੇ ਹੋ ਉਸੇ ਟਾਈਮ ਉਹਦੀ ਆਪਸ਼ਨ ਲੈ ਲਓ ਤਾਂ ਕਿ ਜੇਕਰ ਬਾਅਦ ਦੇ ਵਿੱਚ ਪੋਜ਼ਿਟਿਵ ਆਂਦਾ ਹੈ ਤਾਂ ਉਹਨੂੰ ਸਿੱਧਾ ਫੋਨ ਦੇ ਉੱਤੇ ਦੱਸ ਦਿਓ, ਤੁਸੀਂ ਘਰ ਇਕਾਂਤਵਾਸ ਦੇ ਵਿੱਚ ਜਾ ਸਕਦੇ ਹੋ। ਕਿਸੇ ਵੀ ਡਾਕਟਰ ਕੋਲ ਕਿਸੇ ਵੀ ਹੋਰ ਸਰਕਾਰੀ ਅਦਾਰੇ ਕੋਲ ਜਾਣ ਦੀ ਲੋੜ ਨਹੀਂ ਹੈ। ਜਦੋਂ ਸੈਂਪਲ ਦੋਗੇ ਉਸੇ ਟਾਈਮ ਤੁਸੀਂ ਆਪਸ਼ਨ ਭਰ ਸਕਦੇ ਹੋ ਜੇਕਰ ਤੁਹਾਡੇ ਕੋਲ ਅੱਡ ਕਮਰਾ ਹੈ ਤੇ ਇਸ ਦੇ ਨਾਲ ਕਾਫੀ ਸਹੂਲਤ ਵੱਧ ਜੂਗੀ। ਦੂਜਾ ਜਿਹੜਾ ਹੈਗਾ, ਪਹਿਲਾਂ ਜਦੋਂ ਘਰ ਦੇ ਵਿੱਚ ਇਕਾਂਤਵਾਸ ਸੀਗੇ ਉਹ ਟੀਮ ਆ ਕੇ ਸਟਿੱਕਰਸ ਲਗਾ ਜਾਂਦੇ ਸੀਗੇ ਜਿਹਦੇ ਕਰਕੇ ਲੋਕਾਂ ਨੂੰ ਕਾਫੀ ਸੀਗਾ ਵੀ ਸਾਡੇ ਘਰ ਦੇ ਬਾਹਰ ਸਟਿੱਕਰ ਲੱਗ ਜਾਂਦੇ ਹੈ ਤੇ ਲੋਕੀ ਸਾਨੂੰ ਆਊਟਕਾਸਟ ਸਮਝਦੇ ਨੇ ਤੇ ਇਸ ਟਾਈਪ ਦੀ ਦਿੱਕਤਾਂ ਸੀਗਾ। ਤਾਂ ਆ ਹੋਮ ਕੁਆਰੰਟਾਈਨ ਦਾ ਕੋਈ ਵੀ ਸਟਿੱਕਰ ਹੁਣ ਹੈਲਥ ਡਿਪਾਰਟਮੈਂਟ ਕਿਸ ਦੇ ਘਰ ਵੀ ਬਾਹਰ ਨਹੀਂ ਲਗਾਏਗਾ ਜਾਏਗਾ। ਇਹ ਵੀ ਸਾਰੇ ਐਸਐਮਓਜ਼ ਨੂੰ, ਸਾਰੇ ਡਾਕਟਰਸ ਨੂੰ ਹਦਾਇਤਾਂ, ਸਾਰੀ ਮੈਡੀਕਲ ਟੀਮਾਂ ਨੂੰ ਹਦਾਇਤ ਕਰਦੀ ਵੀ ਕੋਈ ਵੀ ਇਕਾਂਤਵਾਸ ਦਾ ਸਟਿੱਕਰ ਕਿਸੇ ਦੇ ਘਰ ਦੇ ਬਾਹਰ ਨਹੀਂ ਲਗਾਇਆ ਜਾਏਗਾ ਤਾਂ ਕਿ ਇਹ ਜਿਹੜਾ ਸਟਿਗਮਾ ਦੀ ਫੀਲਿੰਗ ਹੈ ਉਹ ਘਟਾਈ ਜਾ ਸਕੇ। ਤੇ ਤੀਜੀ ਜਿਹੜੀ ਪੇਸ਼ੈਂਟ ਦੀ ਕੌਨਫੀਡੈਂਸ਼ੀਅਲਿਟੀ ਨੂੰ ਵੀ ਲੈ ਕੇ ਡਾਇਰੈਕਟਰ ਹੈਲਥ ਨੇ ਪਰਸੋਂ ਚਿੱਠੀ ਕੱਢੀ ਹੈ ਵੀ ਜਦੋਂ ਕੋਈ ਪੇਸ਼ੈਂਟ ਪੋਜ਼ਿਟਿਵ ਆ ਜਾਂਦਾ ਹੈ ਤੇ ਉਹਦੇ ਨਾਮ ਤੇ ਉਹਦੀ ਹੋਰ ਕੰਪਲੀਟ ਡਿਟੇਲਸ ਕਈ ਵਾਰ ਮੀਡੀਆ ਦੇ ਵਿੱਚ ਪਬਲਿਸ਼ ਹੋ ਜਾਂਦੀ ਹੈ। ਉਹਦੇ ਲਈ ਵੀ ਗਵਰਨਮੈਂਟ ਵੱਲੋਂ ਹਦਾਇਤ ਹੈ ਕਿ ਪੇਸ਼ੈਂਟ ਕੌਨਫੀਡੈਂਸ਼ੀਅਲਿਟੀ ਨੂੰ ਪੂਰਾ ਰੱਖਿਆ ਜਾਵੇ। ਜਿੱਥੇ ਤੱਕ ਕੋਵਿਡ ਦੇ ਓਵਰਆਲ ਕੇਸਿਸ ਦੀ ਗੱਲ ਹੈ ਵੀ ਇੰਨੇ ਸੈਂਪਲ ਲਿੱਤੇ ਗਏ ਉਹ ਮੀਡੀਆ ਹਾਊਸਸ ਪਬਲਿਸ਼ ਕਰ ਸਕਦੇ ਨੇ, ਪਰ ਜਿਹੜੀ ਇੱਕਦਮ ਪੇਸ਼ੈਂਟ ਦਾ ਨਾਮ, ਉਹਦਾ ਪੂਰੀ ਪਤਾ, ਡਿਟੇਲ ਦੇਣੀ ਉਹ ਜਿਹੜਾ ਹੈ ਗਵਰਨਮੈਂਟ ਨੇ ਹਦਾਇਤ ਕੀਤੀ ਹੈ ਵੀ ਉਹ ਨਾ ਪਬਲਿਸ਼ ਕੀਤੇ ਜਾਣ ਕਿਉਂਕਿ ਵੱਧ ਤੋਂ ਵੱਧ ਇਹ ਕੋਸ਼ਿਸ਼ ਰਹਿਣੀ ਚਾਹੀਦੀ ਹੈ ਵੀ ਪੇਸ਼ੈਂਟ ਕੌਨਫੀਡੈਂਸ਼ੀਅਲਿਟੀ ਰਵੇ। ਅਸੀਂ ਵੀ ਸਾਰੇ ਮੀਡੀਆ ਹਾਊਸਸ ਨਾਲ ਤਾਲਮੇਲ ਕਰਕੇ ਬੇਨਤੀ ਕਰ ਰਹੇ ਹਾਂ ਵੀ ਵੱਧ ਤੋਂ ਵੱਧ ਅਸੀਂ ਪੇਸ਼ੈਂਟ ਕੌਨਫੀਡੈਂਸ਼ੀਅਲਿਟੀ ਨੂੰ ਪ੍ਰੀਜ਼ਰਵ ਕਰੀਏ ਤਾਂ ਕਿ ਲੋਕੀ ਬਿਨਾਂ ਹਿਚਕ ਦੇ ਵੱਧ ਵੱਧ ਅੱਗੇ ਆਣ। ਟਾਈਮਲੀ ਡਿਟੈਕਸ਼ਨ ਹੀ ਇਸ ਦਾ ਜਿਹੜਾ ਹੈਗਾ ਹੱਲ ਹੈਗਾ ਤਾਂ ਕਿ ਕਿਉਂਕਿ ਤਕਰੀਬਨ ਮੈਂ ਦੇਖ ਰਿਹਾ 90-95% ਪੇਸ਼ੈਂਟ ਨੂੰ ਕੋਈ ਏਸਿਮਟੋਮੈਟਿਕ ਆਰਾਮ ਨਾਲ ਘਰੇ ਹੀ ਰਿਜ਼ੋਲਵ ਹੋ ਜਾਂਦਾ ਹੈ। ਜਿਹੜੇ ਪੇਸ਼ੈਂਟ ਸੀਰੀਅਸ ਹੁੰਦੇ ਨੇ ਉਹੀ ਹੋ ਰਹੇ ਨੇ ਜਿਹੜੇ ਲੇਟ ਰਿਪੋਰਟ ਕਰਦੇ ਨੇ। ਤੇ ਅੱਜ ਅਸੀਂ ਜਲੰਧਰ ਸ਼ਹਿਰ ਦੇ ਬੜੇ ਹੀ 2 ਮਸ਼ਹੂਰ ਡਾਕਟਰਸ ਹੈ ਉਹਨਾਂ ਨੂੰ ਆਪ ਜੀ ਦੇ ਨਾਲ ਰੂਬਰੂ ਕਰ ਰਹੇ ਹਾਂ। ਡਾਕਟਰ ਵਿਜੇ ਮਹਾਜਨ ਹੈਗੇ ਟੈਗੋਰ ਹਸਪੀਟਲ ਜਲੰਧਰ ਦੇ ਤੇ ਡਾਕਟਰ ਅਭਿਸ਼ੇਕ ਹੈਗੇ ਏਪੈਕਸ ਹਸਪੀਟਲ ਦੇ। ਇਹ ਆਪ ਜੀ ਦੇ ਨਾਲ ਕੁਝ ਸਾਂਝਾ ਕਰਨਗੇ ਕਿ ਕਿੱਦਾਂ ਕਿਸ ਟਾਈਪ ਦੇ ਸਿੰਪਟਮ ਨੇ, ਕੀ ਰੀਜ਼ਨ ਨੇ ਕਿ ਜਿਹੜੇ ਹੈਗੇ ਪੇਸ਼ੈਂਟ ਲੇਟ ਰਿਪੋਰਟ ਹੋ ਰਹੇ ਆ ਜਾਂ ਕੀ ਦਿੱਕਤਾਂ ਆ ਰਹੀਆਂ ਨੇ ਉਹਨਾਂ ਨੂੰ ਵੀ ਜਿਸ ਕਰਕੇ ਡੈਥਸ ਹੋ ਰਹੀਆਂ ਨੇ ਤੇ ਕਿੱਦਾਂ ਆਪਾਂ
ਕੁਝ ਬੇਸਿਕ ਚੀਜ਼ਾਂ ਨੂੰ ਫੋਲੋ ਕਰਕੇ ਆਪਾਂ ਮੋਰਟੈਲਿਟੀ ਜਾਂ ਮੌਤਾਂ ਨੂੰ ਹੋਰ ਘਟਾ ਸਕਦੇ ਆ। ਤੇ ਧੰਨਵਾਦ ਜੀ, ਮੈਨੂੰ ਲੱਗਦਾ ਹੈ ਵੀ ਇਹ ਸਾਰੇ ਆਪਾਂ ਇਹਨਾਂ ਦੇ ਡਾਕਟਰਾਂ ਵੱਲੋਂ, ਮੈਡੀਕਲ ਐਕਸਪਰਟਸ ਵੱਲੋਂ ਦੱਸੀਆਂ ਗੱਲਾਂ ਨੂੰ ਫੋਲੋ ਕਰਾਂਗੇ ਤਾਂ ਆਪਾਂ ਹੋਰ ਮੋਰਟੈਲਿਟੀ ਨੂੰ ਰਿਡਿਊਸ ਕਰਕੇ ਇਹਦੀ ਜਿਹੜੀ ਸਾਡੀ ਕੇਸ ਫੇਟੈਲਿਟੀ ਰੇਟ ਹੈ ਇਹਨੂੰ ਹੋਰ ਘਟਾ ਪਾਵਾਂਗੇ। ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ। ਅਸੀਂ ਸਾਰੇ ਜਾਣਦੇ ਹਾਂ ਕਿ ਕਰੋਨਾ ਦੀ ਬਿਮਾਰੀ ਅੱਜ ਤੋਂ 6-7 ਮਹੀਨੇ ਪਹਿਲਾਂ ਚੀਨ ਤੋਂ ਸ਼ੁਰੂ ਹੋਈ ਸੀ। ਚੀਨ ਤੋਂ ਸ਼ੁਰੂ ਹੋ ਕੇ ਸਾਰੀ ਦੁਨੀਆ 'ਚ ਫੈਲ ਗਈ। ਅਮਰੀਕਾ ਵੱਡੇ ਸ਼ਹਿਰਾਂ 'ਚ, ਯੂਰਪ ਦੇ ਵੱਡੇ ਸ਼ਹਿਰਾਂ 'ਚ ਫੈਲ ਗਈ ਔਰ ਉਸ ਤੋਂ ਬਾਅਦ ਇਹਨੇ ਆਪਣੇ ਸਾਡੇ ਦੇਸ਼ ਦੇ ਵਿੱਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ। ਸ਼ੁਰੂ 'ਚ ਲੋਕਡਾਊਨ ਹੋਇਆ, ਉਹਦੀ ਵਜ੍ਹਾ ਨਾਲ ਕੀ ਹੋਇਆ ਵੀ ਸਾਡੇ ਬਹੁਤ ਘੱਟ ਕੇਸ ਆਏ। ਪਰ ਲੋਕਡਾਊਨ ਇੱਕ ਐਸੀ ਚੀਜ਼ ਹੈ ਜਿਹੜੀ ਕਿ ਪਰਮਾਨੈਂਟਲੀ ਨਹੀਂ ਰੱਖੀ ਜਾ ਸਕਦੀ, ਕਿਉਂਕਿ ਲੋਕਾਂ ਦੀ ਖਾਣ ਪੀਣ ਦੀ ਮਜਬੂਰੀ ਹੈ, ਲੋਕਾਂ ਦੀ ਇਨਕਮ ਘਟ ਜਾਂਦੀ ਹੈ। ਇਸ ਕਰਕੇ ਆਸਤਾ ਲੋਕਡਾਊਨ ਹਟਾਇਆ ਗਿਆ। ਜਿਸ ਤਰ੍ਹਾਂ ਹੀ ਲੋਕਡਾਊਨ ਘਟਾਉਂਦੇ ਹੋਏ ਮਰੀਜ਼ਾਂ ਦੀ ਸੰਖਿਆ ਬਹੁਤ ਜ਼ਿਆਦਾ ਵੱਧ ਗਈ ਸਾਰੇ ਦੇਸ਼ ਦੇ ਵਿੱਚ। ਸਾਡੇ ਵੀ ਪੰਜਾਬ ਦੇ ਵਿੱਚ ਪਿਛਲੇ 15-20 ਦਿਨਾਂ 'ਚ ਬਹੁਤ ਜ਼ਿਆਦਾ ਕੇਸ ਵਧੇ ਨੇ ਔਰ ਮੌਤਾਂ ਵੀ ਕਾਫੀ ਹੋ ਰਹੀਆਂ ਨੇ। ਇਹ ਬੜਾ ਇੱਕ ਚਿੰਤਾ ਦਾ ਵਿਸ਼ੇ ਹੈ। ਇਹਦੇ ਬਾਰੇ 'ਚ ਸਾਨੂੰ ਇਹ ਬੜਾ ਜ਼ਰੂਰੀ ਹੈ ਇਹ ਜਾਣਨਾ ਵੀ ਇਹ ਕਿਉਂ ਹੋਇਆ ਇਸ ਤਰ੍ਹਾਂ, ਕਿਉਂਕਿ ਲੋਕਡਾਊਨ ਹੋਣ ਤੋਂ ਬਾਅਦ ਅਸੀਂ ਇਹ ਸਾਡੇ ਦਿਮਾਗ 'ਚ ਆ ਗਿਆ ਵੀ ਹੁਣ ਤਾਂ ਸਭ ਠੀਕ ਠਾਕ ਹੈ, ਹੁਣ ਕੁਝ ਨਹੀਂ ਹੁੰਦਾ। ਕੁਝ ਬਿਮਾਰੀ ਦਾ ਡਰ ਵੀ ਖਤਮ ਹੋ ਗਿਆ। ਇਸ ਕਰਕੇ ਅਸੀਂ ਚੀਜ਼ਾਂ ਨੂੰ ਬੜੇ ਹਲਕੇ ਫੁਲਕੇ ਲੈਣਾ ਸ਼ੁਰੂ ਕਰ ਦਿੱਤਾ। ਤੁਸੀਂ ਬਾਜ਼ਾਰਾਂ 'ਚ ਜਾਓ, ਇੰਨੀ ਭੀੜ ਹੁੰਦੀ ਹੈ, ਦੁਕਾਨਾਂ ਦੇ ਅੰਦਰ ਇੰਨੀ ਭੀੜ ਹੁੰਦੀ ਹੈ, ਰੈਸਟੋਰੈਂਟ ਦੇ ਵਿੱਚ ਪਾਰਟੀਆਂ ਕਰ ਰਹੇ ਹੋ, ਜਿਸ ਲਈ ਚੁਪਾਟੀ ਦੇ ਵਿੱਚ ਇੰਨੀ ਭੀੜ ਹੁੰਦੀ ਹੈ ਰੋਜ਼ ਸ਼ਾਮੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹਨਾਂ ਸਾਰੀਆਂ ਚੀਜ਼ਾਂ ਨੇ ਮਿਲ ਕੇ ਇਸ ਬਿਮਾਰੀ ਨੂੰ ਇੱਕ ਦੂਸਰੇ ਦੇ ਵਿੱਚ ਫੈਲਾਉਣਾ ਸ਼ੁਰੂ ਹੋਇਆ। ਕਿਉਂਕਿ ਵੱਡੀ ਗੱਲ ਇਹ ਹੈ ਕਿ ਜਿਸ ਲਈ ਵੀ ਅਸੀਂ ਖਾਂਦੇ ਪੀਂਦੇ ਆ ਰੈਸਟੋਰੈਂਟ ਦੇ ਵਿੱਚ ਜਾਂ ਚੁਪਾਟੀਆਂ ਦੇ ਵਿੱਚ ਜਾਂ ਦਫ਼ਤਰਾਂ 'ਚ ਕਈ ਵਾਰੀ ਇਕੱਠੇ ਹੋ ਕੇ ਗਰੁੱਪ ਬਣਾ ਕੇ ਅਸੀਂ ਖਾਂਦੇ ਹਾਂ, ਸਾਨੂੰ ਆਪਣਾ ਮਾਸਕ ਖੋਲ੍ਹਣਾ ਪੈਂਦਾ। ਮਾਸਕ ਸਭ ਤੋਂ ਵੱਡਾ ਸ਼ੈਲਟਰ ਹੈ। ਇਸ ਕਰਕੇ ਜਿਸ ਲਈ ਅਸੀਂ ਮਾਸਕ ਖੋਲ੍ਹ ਦਿੰਦੇ ਹਾਂ ਤਾਂ ਬਿਮਾਰੀ ਦੇ ਇੱਕ ਬੰਦੇ ਤੋਂ ਦੂਜੇ ਬੰਦੇ 'ਤੇ ਹੋਣ ਦੇ ਚਾਂਸਿਸ ਪੂਰੇ ਹੋ ਜਾਂਦੇ। ਜ਼ਰੂਰੀ ਨਹੀਂ ਕਿ ਉਹਨੂੰ ਸਿੰਪਟਮ ਹੋਣ, ਮਰੀਜ਼ ਨੂੰ, ਉਹਨੂੰ ਬਿਨਾਂ ਸਿੰਪਟਮ ਦੇ ਵੀ ਅੰਦਰ ਬਿਮਾਰੀ ਹੋ ਸਕਦੀ ਹੈ। ਉਹ ਕੈਰੀਅਰ ਸਟੇਜ ਕਹਿੰਦੇ ਆ। ਇਸ ਕਰਕੇ ਹਰ ਬੰਦੇ ਨੂੰ ਜਿਹੜਾ ਕਿ ਤੁਹਾਡੇ ਸਾਹਮਣੇ ਬੈਠਾ ਹੈ ਉਹਨੂੰ ਤੁਸੀਂ ਇੱਕ ਕਰੋਨਾ ਦਾ ਮਰੀਜ਼ ਸਮਝੋ ਔਰ ਪੂਰੀ ਪ੍ਰੀਕਾਸ਼ਨਸ ਲਾਓ। ਪ੍ਰੀਕਾਸ਼ਨਸ ਅਸੀਂ ਕਈ ਵਾਰੀ ਤੁਹਾਡੇ ਲੋਕਾਂ ਨੂੰ ਦੱਸੀਆਂ ਨੇ, ਪਰ ਇਹਨੂੰ ਵਾਰੀ ਫੇਰ ਦੁਹਰਾਉਣਾ ਜ਼ਰੂਰੀ ਹੈ। ਸਭ ਤੋਂ ਜ਼ਿਆਦਾ ਪ੍ਰੋਟੈਕਟ ਕਰਦੀ ਹੈ, ਜਿਹੜੀ ਸਾਨੂੰ ਬਚਾਉਂਦੀ ਹੈ, ਉਹ ਸਾਡਾ ਮੂੰਹ ਦੇ ਅੱਗੇ ਰੱਖਿਆ ਮਾਸਕ ਹੈ। ਮਾਸਕ ਤਾਂ ਅਸੀਂ ਪਾ ਲੈਂਦੇ ਹਾਂ, ਪਰ ਅਸੀਂ ਕੀ ਕਰਦੇ ਹਾਂ ਭਈ ਮਾਸਕ ਨੂੰ ਸਿਰਫ ਮੂੰਹ ਦੇ ਅੱਗੇ ਰੱਖਦੇ ਹੈ, ਨੱਕ ਨਹੀਂ ਕਵਰ ਕਰਦੇ। ਇਹ ਬੜੀ ਖਤਰਨਾਕ ਚੀਜ਼ ਹੈ, ਕਿਉਂਕਿ ਜ਼ਿਆਦਾ ਬਿਮਾਰੀ ਤੇ ਜਿਹੜੇ ਕੀਟਾਣੂ ਨੇ ਇਹ ਨੱਕ ਦੇ ਥਰੂ ਹੀ ਜਾਂਦੇ ਨੇ। ਸੋ ਮਾਸਕ ਦਾ ਪੂਰਾ ਇਸਤੇਮਾਲ, ਚਾਹੇ ਅਸੀਂ ਕਿਤੇ ਵੀ ਹੈਗੇ, ਇਹ ਕਰਨਾ ਬੜਾ ਜ਼ਰੂਰੀ ਹੈ। ਜੇ ਮਾਸਕ ਨਹੀਂ ਪਾਵਾਂਗੇ ਤਾਂ ਬਿਮਾਰੀ ਬਹੁਤ ਜ਼ਿਆਦਾ ਫੈਲ ਜਾਏਗੀ। ਕਈ ਵਾਰੀ ਅਸੀਂ ਮਾਸਕ ਗਲੇ 'ਚ ਵੀ ਲਟਕਾ ਕੇ ਰੱਖਦੇ ਹਾਂ, ਜਾਂ ਕਈ ਵਾਰੀ ਅਸੀਂ ਮਾਸਕ ਦੀ ਜਗ੍ਹਾ ਰੁਮਾਲ ਦਾ ਇਸਤੇਮਾਲ ਕਰਦੇ ਹਾਂ। ਰੁਮਾਲ ਸਾਨੂੰ ਪੂਰੀ ਤਰ੍ਹਾਂ ਪ੍ਰੋਟੈਕਟ ਨਹੀਂ ਕਰਦਾ, ਕਿਉਂਕਿ ਇਹਦੇ ਸਾਈਡਾਂ 'ਤੇ ਥੋੜ੍ਹੀ ਛੇਦ ਰਹਿ ਜਾਂਦੇ ਨੇ, ਜਿਹਦੇ ਨਾਲ ਹਵਾ ਅੰਦਰ ਜਾਂਦੀ ਰਹਿੰਦੀ ਹੈ ਔਰ ਬਿਮਾਰੀ ਦੇ ਹੋਣ ਦੇ ਚਾਂਸ ਹੁੰਦੇ ਆ। ਇਸ ਕਰਕੇ ਸਭ ਤੋਂ ਵੱਡੀ ਚੀਜ਼ ਹੈ ਕਿ ਅਸੀਂ ਮਾਸਕ ਦਾ ਪ੍ਰਯੋਗ ਜ਼ਰੂਰ ਕਰੀਏ। ਦੂਜੀ ਚੀਜ਼ ਇਹ ਹੈ ਸੋਸ਼ਲ ਡਿਸਟੈਂਸਿੰਗ। ਇਹਨੂੰ ਅਸੀਂ ਬਿਲਕੁਲ ਘਟਾਤਾ। ਹੁਣ ਅਸੀਂ ਘਰਾਂ 'ਚ ਵੀ ਬਰਥਡੇ ਪਾਰਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਦੁਕਾਨਾਂ ਦੇ ਵਿੱਚ ਭੀੜ, ਰੈਸਟੋਰੈਂਟਸ ਦੇ ਵਿੱਚ ਭੀੜ, ਸਾਰੇ ਕਿਤੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਹੈ। ਘੱਟ ਤੋਂ ਘੱਟ ਇੱਕ ਦੂਜੇ ਤੋਂ 6 ਫੁੱਟ ਦੀ ਦੂਰੀ ਜ਼ਰੂਰ ਰੱਖੋ, ਕਿਉਂਕਿ ਇਹ ਕੀਟਾਣੂ 6 ਫੁੱਟ ਤੋਂ ਬਾਅਦ ਤੁਹਾਡੇ ਤੇ ਅਟੈਕ ਨਹੀਂ ਕਰ ਸਕਦੇ। ਪਰ ਅਸੀਂ ਇਹ ਬਹੁਤ ਘੱਟ ਕਰਦੇ ਹਾਂ। ਬੱਸ ਸਟੈਂਡਾਂ 'ਤੇ ਦੇਖੋ, ਹਰ ਜਗ੍ਹਾ ਦੇਖੋ, ਬਹੁਤ ਜ਼ਿਆਦਾ ਸੋਸ਼ਲ ਡਿਸਟੈਂਸਿੰਗ ਨੂੰ ਅਸੀਂ ਘਟਾਤਾ ਹੈ। ਜਿੱਥੇ ਵੀ ਅਸੀਂ ਜਾਈਏ ਪੂਰਾ ਧਿਆਨ ਰੱਖੀਏ ਕਿ ਅਸੀਂ ਦੂਸਰੇ ਬੰਦੇ ਤੋਂ ਘੱਟ ਤੋਂ ਘੱਟ 6 ਫੁੱਟ ਦੂਰ ਰਹੀਏ। ਕਿਸੇ ਵੀ ਚੀਜ਼ ਨੂੰ ਅਸੀਂ ਟੱਚ ਕਰਦੇ ਹਾਂ ਤੇ ਸਾਨੂੰ ਹੱਥ ਧੋਣਾ ਬੜਾ ਜ਼ਰੂਰੀ ਹੈ, ਸਿੰਪਲ ਸਾਬਣ ਦੇ ਨਾਲ। ਜੇ ਤੁਸੀਂ ਘਰ ਦੇ ਵਿੱਚ ਹੈ ਜਾਂ ਜਿੱਥੇ ਸਾਬਣ ਅਵੇਲੇਬਲ ਹੈ, ਉਸੇ ਨਾਲ ਆਪਣਾ ਹੱਥ ਅੱਛੀ ਤਰ੍ਹਾਂ ਸਾਬਣ ਨਾਲ ਧੋਵੋ। ਔਰ ਨੰਬਰ 2, ਜੇ ਤੁਸੀਂ ਬਾਹਰ ਜਾਣਾ ਹੈ ਤੇ 2-3 ਚੀਜ਼ਾਂ ਦਾ ਧਿਆਨ ਜ਼ਰੂਰ ਰੱਖੋ। ਇਹ ਸੈਨੀਟਾਈਜ਼ਰ ਹੈ, ਛੋਟੀ ਬੋਤਲ ਡਿਸਪੋਜ਼ੇਬਲ ਮਿਲਦੀਆਂ ਨੇ, ਇਹ ਮੈਂ ਤੁਹਾਨੂੰ ਦੱਸ ਰਿਹਾ। ਜਿੱਥੇ ਵੀ ਤੁਸੀਂ ਬਾਹਰ ਜਾਓ ਆਪਣੀ ਜੇਬ 'ਤੇ ਜ਼ਰੂਰ ਸੈਨੀਟਾਈਜ਼ਰ ਰੱਖੋ। ਜਰਾ ਵੀ ਤੁਹਾਡਾ ਹੱਥ ਕਿਸੇ ਚੀਜ਼ ਦੇ ਨਾਲ ਲੱਗੇ, ਜਿਸ ਤਰ੍ਹਾਂ ਹੈਂਡਲ ਦੇ ਨਾਲ, ਆਫਿਸ ਦੇ ਹੈਂਡਲ ਦੇ ਨਾਲ, ਜਾਂ ਕੁਰਸੀ ਦੇ ਨਾਲ, ਜਾਂ ਕਿਸੇ ਟੇਬਲ ਦੇ ਨਾਲ,
ਤਾਂ ਉਸ ਤੋਂ ਬਾਅਦ ਆਪਣੇ ਹੱਥ ਨੂੰ ਜ਼ਰੂਰ ਸੈਨੀਟਾਈਜ਼ ਕਰੋ, ਨਾਲ ਦੇ ਨਾਲ ਕਰਦੇ ਰਹੋ, ਕਿਉਂਕਿ ਹੱਥ ਜਿਹੜਾ ਵਾਰੀ-ਵਾਰੀ ਮੂੰਹ ਨੂੰ ਲੱਗਦਾ ਹੈ, ਅੱਖਾਂ ਨੂੰ ਲੱਗਦਾ ਹੈ, ਤੇ ਉਹ ਬੜਾ ਖਰਾਬ ਕਰਦਾ ਹੈ। ਤੀਜੀ ਚੀਜ਼, ਫੇਸ ਸ਼ੀਲਡ ਦਾ ਪ੍ਰਯੋਗ, ਇਹ ਬੜਾ ਜ਼ਰੂਰੀ ਹੈ। ਫੇਸ ਸ਼ੀਲਡ ਜਿਹੜੀ ਹੈ, ਇਹ ਮੈਂ ਤੁਹਾਨੂੰ ਦੱਸਾਂ ਵੀ ਇਹ ਜਿਸੇ ਵੀ ਦਫ਼ਤਰ 'ਚ ਬੈਠਦੇ ਹੋ ਕਿਤੇ, ਜਾਂ ਤੁਸੀਂ ਕਿਤੇ ਭੀੜ ਭੜਾਕੇ ਇਲਾਕੇ 'ਚੋਂ, ਤੇ ਇਹਦਾ ਇਸਤੇਮਾਲ ਸਿਰ ਦੇ ਵਿੱਚ ਜ਼ਰੂਰ ਕਰੋ, ਤੁਹਾਨੂੰ ਪੂਰੀ ਤਰ੍ਹਾਂ ਪ੍ਰੋਟੈਕਟ ਕਰੇਗੀ। ਜੇ ਫੇਸ ਸ਼ੀਲਡ ਨਹੀਂ ਲਾਈ ਤੁਸੀਂ, ਤੇ ਐਨਕ ਦਾ ਪ੍ਰਯੋਗ ਕਰੋ। ਸਪੈਸ਼ਲ ਐਨਕਾਂ ਮਿਲਦੀਆਂ ਨੇ, ਬੜੀਆਂ ਸਸਤੀ ਹੁੰਦੀਆਂ, ਜਿੱਦਾਂ ਮੈਂ ਪਾਈ ਹੋਈ ਹੈ। ਇਹ ਤੁਹਾਨੂੰ ਤੁਹਾਡੇ ਅੱਖਾਂ ਦੇ ਥਰੂ ਇਸ ਵਾਇਰਸ ਨੂੰ ਅੰਦਰ ਨਹੀਂ ਜਾਣ ਦੇ। ਤਿੰਨੇ ਚੀਜ਼ਾਂ ਦਾ ਧਿਆਨ ਬਹੁਤ ਜ਼ਰੂਰੀ ਹੈ। ਜੇ ਅਸੀਂ ਧਿਆਨ ਨਹੀਂ ਕਰਦੇ ਤੇ ਸਾਡਾ ਇਹ ਬਿਮਾਰੀ ਹੋਰ ਜ਼ਿਆਦਾ ਫੈਲੇਗੀ। ਔਰ ਇਹ ਬੜਾ ਸਿੰਪਲ ਕੰਮ ਹੈ, ਇਹਦੇ 'ਚ ਕੋਈ ਖਰਚਾ ਨਹੀਂ ਹੈ, ਕੁਛ ਨਹੀਂ ਹੈ, ਸਿਰਫ ਧਿਆਨ ਰੱਖਣ ਦੀ ਜ਼ਰੂਰਤ ਹੈ। ਨੰਬਰ 3, ਇਹ ਕਿਹਨਾਂ ਬੰਦਿਆਂ ਨੂੰ ਜ਼ਿਆਦਾ ਬਿਮਾਰੀ ਹੁੰਦੀ ਹੈ? ਇਹ ਬਿਮਾਰੀ ਉਹ ਹੈ ਜਿਹੜੀ ਕਿ ਬ੍ਰਿਧ ਬੰਦੇ ਦੇ ਵਿੱਚ, ਜਿਹੜੇ 60 ਸਾਲ ਤੋਂ ਉੱਤੇ ਨੇ, ਉਹਨਾਂ ਦੇ ਵਿੱਚ ਇਹ ਬਿਮਾਰੀ ਜ਼ਿਆਦਾ ਹੁੰਦੀ ਹੈ। ਤੇ ਖਾਸ ਕਰਕੇ ਜਿਨ੍ਹਾਂ ਨੂੰ ਬਿਮਾਰੀਆਂ ਨੇ, ਸ਼ੂਗਰ ਦੀ ਬਿਮਾਰੀ ਹੈ, ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ, ਹਾਰਟ ਅਟੈਕ ਦੀ ਬਿਮਾਰੀ ਹੈ, ਕਿਡਨੀ ਦੀ ਬਿਮਾਰੀ ਹੈ, ਜਾਂ ਕਿਸੇ ਤਰੀਕੇ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਹੈ, ਇਹਨਾਂ ਲੋਕਾਂ ਨੂੰ ਇਹ ਬਿਮਾਰੀ ਬੜੀ ਜਲਦੀ ਜਕੜ ਲੈਂਦੀ ਹੈ। ਔਰ ਇਹਨਾਂ ਨੂੰ, ਇਹੋ ਜਿਹੇ ਮਰੀਜ਼ਾਂ ਨੂੰ, ਇਹੋ ਜਿਹੇ ਬ੍ਰਿਧ ਅਵਸਥਾ ਦੇ ਬੰਦਿਆਂ ਨੂੰ ਘਰ ਦੇ ਅੰਦਰ ਹੀ ਰੱਖੋ, ਉਹਨਾਂ ਨੂੰ ਬਿਲਕੁਲ ਬਾਹਰ ਨਾ ਜਾਣ ਦਿਓ। ਔਰ ਜੇ ਉਹ ਬਾਹਰ ਜਾਣਗੇ ਤੇ ਉਹ ਫਟੋਫਟ ਇਨਫੈਕਸ਼ਨ, ਖਾਸ ਕਰਕੇ ਸ਼ੂਗਰ ਦੇ ਮਰੀਜ਼ ਜਿਹੜੇ ਨੇ, ਇਨਫੈਕਸ਼ਨ ਨੂੰ ਫੈਲ ਦੇਣਗੇ ਔਰ ਉਹ ਇਸ ਬਿਮਾਰੀ ਦੀ ਲਪੇਟ 'ਚ ਆ ਜਾਣਗੇ। ਔਰ ਉਹਨਾਂ ਦੀ ਡੈਥ ਰੇਟ ਵੀ, ਜਿਹੜੇ ਅਜੇ ਤੱਕ ਜਿੰਨੇ ਕਿ ਮਰੀਜ਼ ਦੀ ਡੈਥ ਹੋਈ ਹੈ, ਉਹ ਇਸੇ ਕਰਕੇ ਹੋਈ ਹੈ ਕਿ ਉਹਨਾਂ ਨੂੰ ਕੋਈ ਹੋਰ ਬਿਮਾਰੀਆਂ ਸੀ। ਪਰ ਇਹਦੇ ਸਿੰਪਟਮ ਜ਼ਰੂਰ ਆਪਣੇ ਧਿਆਨ 'ਚ ਰੱਖੋ। ਇਹਦੇ ਕੀ ਲੱਛਣ ਨੇ? ਲੱਛਣ ਇਹ ਨੇ ਵੀ ਗਲੇ 'ਚ ਖਾਰਿਸ਼ ਹੁੰਦੀ ਹੈ, ਖਾਂਸੀ ਥੋੜ੍ਹੀ ਆਉਣੀ, ਸੁੱਕੀ ਖਾਂਸੀ ਆਉਣੀ ਸ਼ੁਰੂ ਹੋ ਜਾਂਦੀ ਹੈ, ਫਿਰ ਬੁਖਾਰ ਹੋ ਜਾਂਦਾ ਨਾਲ। ਟੈਂਪਰੇਚਰ ਜਿਸ ਲਈ ਹੋ ਜਾਂਦਾ ਹੈ, ਤੇ ਇਹ ਤਿੰਨੇ ਚੀਜ਼ਾਂ ਜਿਹੜੀਆਂ ਨੇ ਇਸ ਬਿਮਾਰੀ ਦੇ ਲੱਛਣ ਨੇ। ਕਈਆਂ ਨੂੰ ਭੁੱਖ ਖਤਮ ਹੋ ਜਾਂਦੀ ਹੈ, ਕਈਆਂ ਨੂੰ ਦਸਤ ਲੱਗ ਜਾਂਦੇ ਨੇ, ਸਰੀਰ ਦੇ ਵਿੱਚ ਦਰਦਾਂ ਹੁੰਦੀਆਂ ਨੇ, ਜਾਂ ਕਿਸੇ ਵੇਲੇ ਟੇਸਟ ਖਤਮ ਹੋ ਜਾਂਦਾ। ਤੁਹਾਨੂੰ ਕੁਛ ਚੀਜ਼ ਦੀ ਨਾ ਸਮੈਲ ਆਉਂਦੀ ਹੈ, ਨਾ ਟੇਸਟ ਆਉਂਦਾ। ਰੋਟੀ ਖਾਓ ਤੇ ਉਹਦਾ ਪਤਾ ਨਹੀਂ ਲੱਗਦਾ ਵੀ ਨਮਕ ਹੈ ਕਿ ਨਹੀਂ, ਜਾਂ ਕਿਸੇ ਚੀਜ਼ ਦੀ ਸਮੈਲ ਨਹੀਂ ਆਉਂਦੀ, ਸੈਂਟ ਦੀ ਸਮੈਲ ਨਹੀਂ ਆਉਂਦੀ। ਇਹ ਸਾਰੇ ਲੱਛਣ ਜਿਹੜੇ ਨੇ, ਇਹ ਹੈ। ਜਿਸਲੇ ਵੀ ਇਹ ਲੱਛਣ ਤੁਹਾਨੂੰ ਆਉਣ, ਉਸੇ ਵੇਲੇ ਆਪਣੇ ਆਪ ਨੂੰ ਆਈਸੋਲੇਟ, ਸੈਪਰੇਟ ਕਰ ਲਓ। ਇਹ ਬੜਾ ਜ਼ਰੂਰੀ ਹੈ, ਤਾਂ ਕਿ ਤੁਹਾਡੇ ਨੇੜੇ ਤੇੜੇ ਦੇ ਲੋਕਾਂ ਨੂੰ ਤੇ ਤੁਹਾਡੇ ਘਰ ਦੇ ਲੋਕਾਂ ਨੂੰ ਖਾਸ ਕਰਕੇ ਇਹ ਬਿਮਾਰੀ ਨਾ ਫੈਲ ਜਾਏ। ਇਹ ਲੱਛਣ ਜਿਹੜੇ ਨੇ, ਔਰ ਉਸੇ ਵੇਲੇ ਆਪਣਾ ਟੈਸਟ ਜ਼ਰੂਰ ਕਰਾਓ। ਹੁਣ ਪ੍ਰੋਬਲਮ ਇਹ ਆ ਰਹੀ ਹੈ ਕਿ ਲੋਕ ਟੈਸਟ ਤੋਂ ਬੜੇ ਡਰ ਰਹੇ ਹੈ, ਵੀ ਟੈਸਟ ਤੋਂ ਪਤਾ ਲੱਗਿਆ ਸਾਡੀ ਬਿਮਾਰੀ ਪਤਾ ਲੱਗ ਜਾਏਗੀ। ਲੋਕ ਘਰ ਬੈਠੇ ਬੈਠੇ ਹੀ ਅੰਦਰ ਆਪਣਾ ਇਲਾਜ ਕਰ ਰਹੇ ਹੈ। ਇਸ ਕਰਕੇ ਟੈਸਟ ਤੋਂ ਨਾ ਘਬਰਾਓ। ਟੈਸਟ ਕਰਨ 'ਤੇ ਪੱਕਾ ਹੋ ਜਾਏਗਾ ਵੀ ਤੁਹਾਨੂੰ ਇਹ ਬਿਮਾਰੀ ਤੇ ਹੈ ਕਿ ਨਹੀਂ, ਔਰ ਤੁਸੀਂ ਉਹ ਪ੍ਰੀਕਾਸ਼ਨ ਲੈ ਸਕੋਗੇ। ਜੇ ਬਿਮਾਰੀ ਥੋੜ੍ਹੇ ਰੂਪ ਦੇ ਵਿੱਚ ਹੈ, ਤਾਂ ਤੁਹਾਨੂੰ ਗੌਰਮੈਂਟ ਨੇ ਅਲਾਉ ਕੀਤਾ ਕਿ ਤੁਸੀਂ ਘਰ ਦੇ ਵਿੱਚ ਆਪਣੇ ਆਪ ਨੂੰ ਆਈਸੋਲੇਟ ਕਰੋ। ਪ੍ਰੋਬਲਮ ਆਈਸੋਲੇਸ਼ਨ ਦੀ ਇਹ ਹੈ ਕਿ ਲੋਕ ਗੌਰਮੈਂਟ ਤੋਂ ਪਰਮਿਸ਼ਨ ਲੈ ਕੇ ਆਈਸੋਲੇਟ ਤਾਂ ਕਰ ਲੈਂਦੇ ਆ, ਜਾਂ ਸਰਟੀਫਿਕੇਟ ਦੇ ਕੇ ਆਈਸੋਲੇਟ ਤਾਂ ਕਰ ਲੈਂਦੇ ਆ ਆਪਣੇ ਆਪ ਨੂੰ, ਪਰ ਰਿਸ਼ਤੇਦਾਰਾਂ ਦੇ ਵਿੱਚ, ਘਰ ਦੇ ਵਿੱਚ ਆਪਣੇ ਬਾਕੀਆਂ ਦੇ ਲੋਕਾਂ ਨੂੰ ਮਿਲਦੇ ਰਹਿੰਦੇ ਆ, ਗਲੀਆਂ 'ਚ ਘੁੰਮਣਾ ਸ਼ੁਰੂ ਕਰਦੇ ਆ। ਹੁਣ ਸਰਕਾਰ ਹਰ ਬੰਦੇ ਨੂੰ ਤੇ ਨਜ਼ਰ ਨਹੀਂ ਰੱਖੇਗੀ। ਇਸ ਕਰਕੇ ਇਹ ਤੁਹਾਡਾ ਆਪਣਾ ਡਿਸਿਪਲਿਨ ਹੈ ਕਿ ਇਸ ਡਿਸਿਪਲਿਨ ਨੂੰ ਜ਼ਰੂਰ ਵਰਤੋ ਔਰ ਆਪਣੇ ਆਪ ਨੂੰ ਪ੍ਰੋਪਰਲੀ ਆਈਸੋਲੇਟ ਕਰੋ, ਤਾਂ ਕਿ ਤੁਹਾਡੇ ਆਪਣੇ ਨਜ਼ਦੀਕੀ ਜਿਹੜੇ ਨੇ ਉਹ ਇਨਫੈਕਟਡ ਨਾ ਹੋ ਜਾਣ। ਇਸ ਕਰਕੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਿੰਪਟਮ ਇਹਦੇ ਜਿਸਲੇ ਵੱਧ ਜਾਂਦੇ ਨੇ, ਕਈਆਂ ਲੋਕਾਂ ਨੂੰ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ, ਕਈਆਂ ਲੋਕਾਂ ਨੂੰ ਦਸਤ ਬਹੁਤ ਜ਼ਿਆਦਾ ਲੱਗ ਜਾਂਦੇ ਆ, ਬਰੀਥਿੰਗ ਡਿਫਿਕਲਟੀ ਹੋ ਜਾਂਦੀ ਹੈ। ਉਸ ਵੇਲੇ ਜ਼ਰੂਰ ਹਸਪਤਾਲ ਜਾਓ ਔਰ ਆਪਣਾ ਇਲਾਜ ਸ਼ੁਰੂ ਕਰੋ। ਖੁਰਾਕ ਦਾ ਆਪਣਾ ਪੂਰਾ ਧਿਆਨ ਰੱਖੋ। ਅੱਛੀ ਖੁਰਾਕ, ਹਰੀ ਸਬਜ਼ੀਆਂ, ਫਰੂਟ, ਪ੍ਰੋਟੀਨ ਵਾਲੀ ਡਾਈਟ, ਜਿੱਦਾਂ ਦਹੀਂ, ਪਨੀਰ ਵਗੈਰਾ, ਇਹ ਜ਼ਰੂਰ ਲਾਓ। ਜੇ ਅੱਛੀ ਖੁਰਾਕ ਲਾਓਗੇ ਤਾਂ ਤੁਹਾਨੂੰ ਇਮਿਊਨਿਟੀ ਵਧੇਗੀ। ਔਰ ਦੂਜੀ ਚੀਜ਼ ਇਹ ਹੈ, ਸੈਰ ਕਰੋ। ਸੈਰ ਜ਼ਰੂਰੀ ਨਹੀਂ ਕਿ ਤੁਹਾਨੂੰ ਬਾਹਰ ਜਾਣਾ ਹੈ, ਆਪਣੇ ਘਰ ਦੇ ਕੋਰੀਡੋਰ ਦੇ ਵਿੱਚ ਜਾਂ ਕਿਤੇ ਅੱਧਾ ਪੌਣਾ ਘੰਟਾ ਰੋਜ਼ ਜ਼ਰੂਰ ਤੁਰੋ, ਤਾਂ ਕਿ ਤੁਹਾਡੀ ਸਟਰੈਂਥ ਵਧੇ। ਔਰ ਯੋਗਾ ਕਰਨ ਦੀ ਕੋਸ਼ਿਸ਼ ਕਰੋ, ਰੈਸਪੀਰੇਟਰੀ ਐਕਸਰਸਾਈਜ਼ਿਸ ਕਰੋ, ਜਿਹਦੇ ਨਾਲ ਕਿ ਤੁਹਾਡੇ ਫੇਫੜੇ ਦੀ ਕਪੈਸਿਟੀ ਵੀ ਵਧੇ। ਇਸ ਕਰਕੇ ਇਸ ਬਿਮਾਰੀ ਨੂੰ, ਜਿਹੜੀ ਕਿ ਇਹ ਹੁਣ ਬਹੁਤ ਖਤਰਨਾਕ ਸਿੱਧ ਹੋ ਰਹੀ ਹੈ, ਜੇ ਅਸੀਂ ਰੋਕਣਾ ਚਾਹੁੰਦੇ ਹਾਂ ਤੇ ਲਾਸਟ ਵਾਰਨਿੰਗ ਹੈ, ਅਗਲਾ 1.5 ਮਹੀਨਾ ਸਾਡੇ ਵਾਸਤੇ ਬਹੁਤ ਜ਼ਿਆਦਾ ਖਤਰਨਾਕ ਪੀਰੀਅਡ ਹੈ। ਜੇ ਅਸੀਂ 1.5 ਮਹੀਨੇ ਆਪਣੇ ਆਪ ਨੂੰ ਸੰਭਾਲ ਲਵਾਂਗੇ,
ਇਹ 1.5-2 ਮਹੀਨੇ ਤੇ ਇਹ ਬਿਮਾਰੀ ਫੈਲਣ ਤੋਂ ਬਚੇ ਜੀ ਔਰ ਬੜੀ ਜਾਨਾਂ ਬਚ ਜਾਂਦੀਆਂ। ਇਸ ਕਰਕੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਜਿੰਨੀਆਂ ਪ੍ਰੀਕਾਸ਼ਨਸ ਮੈਂ ਸਮਝਾਈਆਂ ਨੇ ਔਰ ਇਹਨਾਂ ਨੂੰ ਸੀਰੀਅਸਲੀ ਲੈ ਕੇ ਤੇ ਇਹਨਾਂ ਤੇ ਅਮਲ ਕਰੋ ਤਾਂ ਕਿ ਇਹ ਬਿਮਾਰੀ ਹੋਰ ਜ਼ਿਆਦਾ ਨਾ फैले और होर ज़्यादा जाना ना जान। धन्यवाद। आज इस कोविड के टाइम में एक बहुत अहम डिस्कशन करना चाह रहा हूँ आप सभी लोगों के सामने। पंजाब में और पर्टिकुलरली जालंधर में नंबर ऑफ़ केसेस धीरे धीरे बढ़ रहे हैं। पिछले 2-3 हफ्ते से हमारे यहाँ पर डे फ्रेश केसेस का नंबर काफ़ी इंक्रीज़ हुआ है। ये आप सभी न्यूज़ पोर्टल्स, फेसबुक, डिजिटल मीडिया सब जगह देख रहे होंगे। और उसके साथ जो 2 बड़ी चीज़ें और हो रही हैं वो ये हो रही हैं कि जो हॉस्पिटल्स हैं उनके बेड भी कोरोना पेशेंट से ऑक्यूपाई हो रहे हैं और उनका नंबर बहुत ज़्यादा है। इसके साथ साथ जब डिज़ीज़ बढ़ती है तो डेथ रेट भी बढ़ती है और कोरोना रिलेटेड डेथ्स भी हमारे जालंधर और पंजाब में बढ़ रहे हैं, जो कि सारे के सारे एडमिनिस्ट्रेशन और मेडिकल फ्रेटर्निटी के लिए कंसर्न और सीरियस बात है। इसमें हमें पब्लिक का सपोर्ट बहुत ज़्यादा इम्पॉर्टेंट है। सीएम पंजाब और जालंधर का पूरा डिस्ट्रिक्ट एडमिनिस्ट्रेशन इंक्लूडिंग डीसी साहब सभी ने बड़ी कोशिश करी कि लोगों को एजुकेट किया जाए, उन्हें इस बीमारी के बारे में बताया जाए और इसके बचाव और जल्दी इलाज के तरीक़ों पर डिस्कशन किया जाए। इसी सिलसिले में मैं आप लोगों के सामने कुछ चीज़ें आपको हिदायत के तौर पे बताना चाहूँगा। कुछ चीज़ें मैं आपको ये बताना चाहूँगा कि कब किस कंडीशन में आपको अस्पताल जाना चाहिए, कब किस कंडीशन में घर पे रहना चाहिए और किस चीज़ की वजह से हमारी जान को खतरा है इस बीमारी से, वो भी मैं आपको थोड़ा बहुत ब्रीफ में बताऊंगा। सबसे इम्पॉर्टेंट चीज़ ये है कि आप मेडिकल फील्ड से, मेडिकल के स्पेशलिस्ट से, हेल्थ केयर वर्कर्स से और डॉक्टर्स से डरें नहीं। ये आपकी और आपकी हेल्प के लिए अवेलेबल हैं। सिविल हॉस्पिटल, प्राइवेट हॉस्पिटल और डिस्ट्रिक्ट एडमिनिस्ट्रेशन आपकी हेल्प के लिए है। आप अपना ख्याल रखिए और अपने प्रियजनों का भी ख्याल रखिए। सबसे इम्पॉर्टेंट चीज़ इस बीमारी में जो है वो ये है कि हम इसको रोक कैसे सकते हैं। हमारे पास कोई साधन नहीं है कि हम इस बीमारी को रोकें। पूरी दुनिया में किसी के पास ये तरीका नहीं है इस बीमारी को रोक सके। तरीका ये है कि हम इस बीमारी को एक जगह से दूसरी जगह, एक मरीज़ से दूसरे मरीज, एक इंसान से दूसरे इंसान में जाने से रोक सकते हैं। और उसके लिए हमारे प्रधानमंत्री जी ने और इंडिया की सारी एजेंसीज़ ने स्ट्रेट अवे क्लियर मैसेज दिया है। पहला, सोशल डिस्टेंसिंग। दूसरा, फेस मास्क, कवर योर फेस। तीसरा, फ्रीक्वेंट हैंड वॉशिंग, अपने हाथों को साफ करना। और इन सब के ऊपर सबसे इम्पॉर्टेंट चीज़ है कॉमन सेंस। अगर आप कॉमन सेंस के साथ इन तीनों चीज़ों को यूज़ करेंगे तो इस बीमारी का ट्रांसफ़र एक जगह से दूसरे जगह रुक सकता है। ये वायरस ज़िंदा लोगों में ही हो सकता है और वो भी इंसान में, बाहर इसकी लाइफ बहुत कम है। सो हमको कोशिश ये करनी है कि एक इंसान से दूसरे इंसान में ट्रांसफ़र कम हो। उसके लिए इन तीनों चीज़ों का ध्यान रखना बहुत ज़रूरी है, जो कि आज के दिन में हम शायद धीरे धीरे भूल गए हैं और हम ये कोशिश कर रहे हैं कि सब चीज़ें नॉर्मल हो गई। नॉर्मल आप अपने काम के लिए हो सकते हैं पर इस बीमारी के लिए नहीं। ये अभी भी उतनी ही भयानक है और उतनी ही प्रॉब्लम क्रिएट कर रही है जितनी ये पहले कर रही थी। कुछ लोग जिनमें इस बीमारी का रिस्क सबसे ज़्यादा है वो हैं वो मरीज जिनको पहले से डायबिटीज़ है, ट्रीटमेंट पे है, ब्लड प्रेशर की बीमारी है, ट्रीटमेंट पे हैं, हार्ट की प्रॉब्लम है, उसके ट्रीटमेंट पे हैं। इसके अलावा अगर किसी को सांस की, दमे की पहले से प्रॉब्लम है और वो पंप वगैरह लेता है तो उनको भी ख्याल रखने की बहुत ज़रूरत है, क्योंकि ये बीमारी उनमें बहुत ख़तरनाक तरीके से होती है। इसके अलावा जो लोग डायलिसिस का रेगुलर ट्रीटमेंट लेते हैं अपनी किडनी की बीमारी के लिए, उसके साथ साथ में कैंसर पेशेंट और जिनको लकवे की शिकायत है और उसका इलाज करा रहे हैं,
उनको भी ध्यान देने की बहुत ज़रूरत है, क्योंकि उनमें ये बीमारी बहुत सीरियस फॉर्म में आती है। इस बीमारी के मेन लक्षण आपको पूरी तरह पता है, पूरे सोशल मीडिया सब जगहों पर आपको इस चीज़ की जानकारी अवेलेबल है, पर फिर भी मैं आपको याद दिलाना चाहता हूँ, घर में किसी को फीवर हो, सूखी खांसी हो या शरीर में कमज़ोरी लगे, थकान महसूस हो, तो ये लक्षण कोरोना के हो सकते हैं। इन तीनों के लक्षणों के होने में से या किसी एक लक्षण के होने पे डॉक्टरी सलाह ज़रूर लें, अपने आप अपना इलाज मत करें। इसके अलावा कुछ एक माइनर सिम्टम्स होते हैं जो कि हो सकते हैं, जैसे कि टेस्ट और स्मेल का जाना, हेडेक होना, आँखों से पानी आना, कुछ लोगों को डायरिया भी होता है, पेट की बीमारियां भी होती हैं, उल्टी भी आती है, साथ में फीवर होता है। ये भी जो है वो लक्षण हो सकते हैं कोरोना के। इस कंडीशन में आपको टेस्टिंग के लिए ज़रूर जाना है, डॉक्टर को ज़रूर मिलना है। इसके अलावा कुछ एक जो बहुत सीरियस सिम्टम हैं जो कि मरीज़ की जान भी ले सकते हैं और आईसीयू एडमिशन की रिक्वायरमेंट होती है उसमें, वो हैं सांस लेने में दिक्कत आना, छाती में दर्द होना या फिर बोलते हुए सांस का रुकना। ये तीनों चीज़ों पे हमें विशेष ध्यान देना है कि अगर किसी को भी 2 कदम चलने में भी सांस फूलने लग रही है और साथ में फीवर है, तो आप ये मान के चलिए कोरोना का सीरियस इन्फेक्शन है और इसको तुरंत आईसीयू केयर की ज़रूरत पड़ सकती है। इसके साथ साथ मैं आपको एक चीज़ और डिस्कस करना चाहूँगा, वो कहते हैं हम हैप्पी हाइपॉक्सिया, वो मेडिकल टर्मिनोलॉजी में हैप्पी हाइपॉक्सिया बोलते हैं। है क्या ये कि मरीज बिल्कुल ठीक होता है, बात ठीक करता है, बिस्तर पे ठीक रहता है, लेकिन उसका ऑक्सीजन लेवल कम होता है और वो जरा सी चलेगा या जरा भी कोई काम करेगा तो उसे ब्रेथलेसनेस, सांस की दिक्कत होने लगेगी। ये सबसे डेंजरस कॉम्प्लिकेशन है कोरोना मरीज के अंदर और इसको बचाने के लिए आपको डॉक्टरी सलाह, हॉस्पिटलाइजेशन और आईसीयू केयर की ज़रूरत पड़ेगी ही पड़ेगी। एक तरीके से हम इसे साइलेंट किलर इन कोविड मानते हैं। हमें ये लगता है कि अगर जिस किसी को हैप्पी हाइपॉक्सिया होगा उसके चांसेस हैं कि वो जल्दी बीमार पड़ के डेथ की तरफ बढ़ सकता है। सो हमें हैप्पी हाइपॉक्सिया से बचने के लिए हॉस्पिटल और डॉक्टरों की सलाह लेना बहुत ज़रूरी है। जो एक बहुत इम्पॉर्टेंट सबके दिमाग में मिथ आ गया है आज के डेट में सोशल मीडिया की वजह से कि हॉस्पिटल जाएंगे तो हमारा इलाज नहीं कुछ और हो जाएगा, ये पूरी तरीके से गलत है और डॉक्टर और एडमिनिस्ट्रेशंस इस चीज़ को प्रॉपरली देख रहे हैं। उनकी कोशिश ये है कि सब किसी मरीज जो भी पेमेंट कर सकता है, नहीं कर सकता है, पर इलाज सबको मिले। इसके लिए सिविल हॉस्पिटल और प्राइवेट हॉस्पिटल अलॉन्ग विद एडमिनिस्ट्रेशन आपकी सेवा में हैं। आपको अगर कोई भी सिम्टम्स जो मैंने बताए अगर होते हैं तो आप एक बार ज़रूर डॉक्टर से सलाह लें। वो कहते हैं तो आपने अपने टेस्ट कराने हैं। अगर क्या कहते हैं टेस्ट आपका पॉजिटिव आता है तो उसके बाद अगर डॉक्टर कहता है कि आप घर पे रह सकते हैं तो होम क्वारंटाइन के ऑर्डर्स फॉलो करके आप घर पे भी रह सकते हैं। अगर डॉक्टर आपको कहता है कि हॉस्पिटल में एडमिट होना है तो ज़रूर होइए, डरिए मत, किसी तरह का दिमाग में भ्रम मत रखिए। बार बार मैं इस बात को इसलिए कह रहा हूँ क्योंकि हम अपने परिजनों की, अपने परिवार वालों की और अपने चाहने वालों की ज़िंदगी सिर्फ़ और सिर्फ 3 तरीके से बचा सकते हैं। एक तो अर्ली प्रिवेंशन, जिसमें कि हमको प्रोटेक्ट करना है एक दूसरे के बीच में इन्फेक्शन ट्रांसफ़र होने से, जिसमें मास्क लगाना है, सोशल डिस्टेंसिंग रखनी है और हैंड वॉश करनी है। और बीमारी के कोई भी लक्षण दिखें तो प्लीज़ डॉक्टर के पास जाने में डरिए मत, जाइए और वो आपकी हेल्प के लिए है। नमस्कार। हम ये उम्मीद करते हैं कि आप अपना और अपने परिजनों का पूरा ध्यान रखेंगे। थैंक यू।